बहुत ही प्यारे ਬੱਚਿਓ, ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਗੁਰਮੇਜ ਕੌਰ, ਪੰਜਾਬੀ ਲੈਕਚਰਰ, ਜੀਵਨਮਲ ਸੀਨੀਅਰ ਸੈਕੰਡਰੀ ਸਕੂਲ ਜੀਰਾ ਵਿਖੇ ਸੇਵਾ ਨਿਭਾ ਰਹੀ ਹਾਂ। ਤਾਂ ਬੱਚਿਓ, ਅੱਜ ਅਸੀਂ ਜਮਾਤ 12ਵੀਂ ਲਾਜ਼ਮੀ ਪੰਜਾਬੀ ਦੀ ਕਹਾਣੀ ਕਾਰਜਾ ਆਪਣੇ ਦੀ ਵਿਚਾਰ ਚਰਚਾ ਕਰਾਂਗੇ। ਬੱਚਿਓ, ਕਹਾਣੀ ਜੋ ਹੈ ਕਾਰਜਾ ਆਪਣੇ, ਇਹ ਗੁਲਜ਼ਾਰ ਸਿੰਘ ਸੰਧੂ ਕਹਾਣੀਕਾਰ ਦੀ ਲਿਖੀ ਹੈ। ਅਤੇ ਬੱਚਿਓ ਗੁਲਜ਼ਾਰ ਸਿੰਘ ਸੰਧੂ ਜਿਨ੍ਹਾਂ ਨੇ ਕਾਰਜਾ ਆਪਣੇ ਕਹਾਣੀ ਲਿਖੀ ਹੈ। ਇਸ ਕਹਾਣੀ ਦੀ ਅਸੀਂ ਸ਼ੁਰੂਆਤ ਕਰਦੇ ਹਾਂ। ਘਰ ਵਿੱਚ ਪਿਛਲੇ 40 ਸਾਲਾਂ ਤੋਂ ਕਿਸੇ ਮੁੰਡੇ ਦਾ ਵਿਆਹ ਨਹੀਂ ਸੀ ਹੋਇਆ। ਸਾਰੇ ਅੰਗ ਸੰਗ ਚਾਹੁੰਦੇ ਸਨ ਕਿ ਜੀਤੋ ਦੇ ਵੀਰ ਦਾ ਵਿਆਹ ਹੋਵੇ, ਸਾਰੇ ਇਕੱਠੇ ਹੋਣ, ਪਰੰਤੂ ਉਹ ਵਿਆਹ ਲਈ ਮੰਨਦਾ ਹੀ ਨਹੀਂ ਸੀ। ਆਖਿਰ ਘਰਦਿਆਂ ਨੇ ਆਪਣਾ ਚਾਅ ਪੂਰਾ ਕਰਨ ਲਈ ਆਪਣੇ ਵੀਰ ਤੋਂ 8-10 ਸਾਲ ਛੋਟੀ ਜੀਤੋ ਦਾ ਵਿਆਹ ਧਰ ਦਿੱਤਾ। ਉਸ ਸਮੇਂ ਜੀਤੋ 17ਵੇਂ ਸਾਲ ਵਿੱਚ ਸੀ। ਹੌਲੀ ਹੌਲੀ ਵਿਆਹ ਸਿਰ ਉੱਤੇ ਆ ਗਿਆ। ਵਿਆਹ ਸੰਬੰਧੀ ਘਰ ਤੋਂ ਬਾਹਰਲੇ ਸਾਰੇ ਕੰਮਾਂ ਦਾ ਪ੍ਰਬੰਧ ਕਰਨ ਵਿੱਚ ਜੀਤੋ ਦੇ ਵੀਰ ਦੀ ਮੱਤ ਮਾਰੀ ਗਈ ਸੀ। ਵਿਆਹ ਵਿੱਚ ਕੇਵਲ ਇੱਕ ਦਿਨ ਹੀ ਰਹਿ ਗਿਆ ਸੀ। ਅਜੇ ਤੱਕ ਆਨੰਦ ਕਾਰਜ ਤੇ ਆਉਣ ਵਾਲੇ ਰਾਗੀਆਂ, ਖਾਣੇ ਦੇ ਮੇਜ਼ ਕੁਰਸੀਆਂ, ਫਲ ਫਰੂਟ, ਕਰਾਕਰੀ ਅਤੇ ਬਰਾਤ ਲਈ ਬਿਸਤਰਿਆਂ ਦਾ ਕੰਮ ਸਿਰ 'ਤੇ ਪਿਆ ਸੀ। ਸ਼ਾਮ ਵੇਲੇ ਨਾਨਕੀ ਸ਼ੱਕ ਲੈ ਕੇ ਆ ਗਏ। ਭੂਆ ਵੀ ਪਹੁੰਚ ਗਈਆਂ ਅਤੇ ਸਰਦਾ ਬੰਦਾ ਕੰਨਿਆਦਾਨ ਲੈ ਕੇ ਅੰਗ ਸੰਗ ਬਾਕੀ ਵੀ ਪਹੁੰਚ ਗਏ। ਜੀਤੋ ਆਪਣੀਆਂ ਸਹੇਲੀਆਂ, ਬਚਪਨ, ਤ੍ਰਿੰਜਣ ਤੇ ਝੂਠੀਆਂ ਪੀਂਘਾਂ ਸੰਬੰਧੀ ਸੋਚਦੀ ਉਦਾਸ ਹੋ ਗਈ। ਦੂਜੇ ਦਿਨ ਜੀਤੋ ਨੂੰ ਸਵੇਰੇ 3 ਵਜੇ ਉਠਾ ਲਿਆ। ਫੇਰਿਆਂ ਵਾਲਾ ਸੂਟ ਪਾ ਕੇ ਲਾਲ ਪਰਾਂਦਾ ਉਸਦੀ ਗੁੱਤ ਵਿੱਚ ਗੁੰਦ ਕੇ ਸਹੁਰਿਆਂ ਤੇ ਨਾਨਕਿਆਂ ਵੱਲੋਂ ਆਏ ਗਹਿਣਿਆਂ ਨਾਲ ਉਸ ਨੂੰ ਸ਼ਿੰਗਾਰ ਦਿੱਤਾ ਗਿਆ। ਤਾਂ ਬੱਚਿਓ, ਵਿਆਹੁੰਦਰ ਜੋ ਹੈ ਲੜਕੀ, ਉਸ ਨੂੰ ਜੋ ਸਹੁਰਿਆਂ ਵੱਲੋਂ ਔਰ ਨਾਨਕਿਆਂ ਵੱਲੋਂ ਜੋ ਗਹਿਣੇ ਅਤੇ ਕੱਪੜੇ, ਉਸਦੀ ਡਰੈਸ ਬਣਵਾ ਦਿੱਤੀ ਜਾਂਦੀ ਹੈ, ਉਸ ਨੂੰ ਵਿਆਹ ਵਾਲੇ ਦਿਨ ਇਹ ਸਾਰੇ ਪਹਿਨਾ ਦਿੱਤੇ ਜਾਂਦੇ ਹਨ। ਇਹ ਸੋਚ ਕੇ ਰੋਣ ਆ ਗਿਆ ਕਿ ਸਾਰੇ ਅੰਗ ਸੰਗ ਸਖੀਆਂ ਸਹੇਲੀਆਂ ਉਸ ਨੂੰ ਉਸਦੀ ਜਨਮ ਭੂਮੀ ਵਿੱਚੋਂ ਕੱਢਣ ਦੀਆਂ ਤਿਆਰੀਆਂ ਕਰ ਰਹੀਆਂ ਸਨ। ਰੋਂਦੀ ਕੁਰਲਾਉਂਦੀ ਜੀਤੋ ਨੂੰ ਚੁੱਪਚਾਪ ਆਨੰਦ ਕਾਰਜ ਲਈ ਬਿਠਾ ਦਿੱਤਾ ਗਿਆ। ਹੁਣ ਉਸ ਨੂੰ ਵਿਆਹ ਕੇ ਲਿਜਾਣ ਵਾਲਾ ਮੁੰਡਾ ਉਸਦੇ ਨਾਲ ਬੈਠਾ ਸੀ। ਆਨੰਦ ਕਾਰਜ ਕਰਾਉਣ ਵਾਲਾ ਭਾਈ ਉਸ ਨੂੰ ਸਹੁਰੇ ਘਰ ਜਾ ਕੇ ਅਧੀਨਗੀ ਅਤੇ ਨਿਮਰਤਾ ਵਾਲਾ ਜੀਵਨ ਗੁਜ਼ਾਰਨ ਦੀ ਸਿੱਖਿਆ ਦੇ ਰਿਹਾ ਸੀ। ਤੇ ਭਾਈ ਬੱਚਿਓ ਉਸ ਨੂੰ ਸਿੱਖਿਆ ਦੇ ਰਿਹਾ ਸੀ, ਨਿਵਨ ਸੋ ਅੱਖਰ ਖਵਨ ਗੁਣ, ਜਿਹਬਾ ਮੰਨਿਆ ਮੰਤ, ਇਹ ਤ੍ਰੈ ਭੈਣੇ ਵੇਸ ਕਰ, ਤਾਂ ਵਸ ਆਵੀ ਕੰਤ। ਤਾਂ ਬੱਚਿਓ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਹ ਬਾਬਾ ਫਰੀਦ ਜੀ ਦੀ ਬਾਣੀ ਵਿੱਚੋਂ ਸ਼ਲੋਕ ਹੈ ਕਿ ਕਿਸ ਤਰ੍ਹਾਂ ਨੀਵਾਂ ਰਹਿਣ ਦੇ ਨਾਲ ਸਹਿਣਸ਼ੀਲਤਾ, ਮਿਠਾਸ ਜੀਭਾ ਉੱਤੇ ਧਾਰਨ ਕਰਨ ਦੇ ਨਾਲ ਕਿਸੇ ਔਰਤ ਦਾ ਪਤੀ ਉਸਦੇ ਵੱਸ ਵਿੱਚ ਆ ਸਕਦਾ। ਇਹਨਾਂ ਤੁਕਾਂ ਨੂੰ ਇੰਨੇ ਵੈਰਾਗ ਨਾਲ ਭਾਈ ਨੇ ਗਾਇਆ ਕਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਾਰੀਆਂ ਕੁੜੀਆਂ ਉਦਾਸ ਹੋ ਗਈਆਂ। ਉਹਨਾਂ ਨੂੰ ਹੁਣ ਖਿਆਲ ਆਉਣ ਲੱਗੇ ਕਿ ਉਹਨਾਂ ਨੇ ਵੀ ਕਿਸੇ ਦਿਨ ਆਪਣਾ ਘਰ ਛੱਡ ਕੇ ਕਿਸੇ ਪਰਾਏ ਘਰ ਜਾ ਵਸਣਾ ਸੀ। ਸੰਗਤ ਵਿੱਚ ਉਦਾਸੀ
ਹੋਰ ਵੀ ਜ਼ਿਆਦਾ ਛਾ ਗਈ ਜਦੋਂ ਹਾਰਮੋਨੀਅਮ ਵਾਲੇ ਇੱਕ ਗਵੱਈਏ ਨੇ ਫਿਲਮੀ ਤਰਜ਼ ਵਿੱਚ ਕੁੜੀ ਦੇ ਆਉਣ ਦੇ ਸਮੇਂ ਦਾ ਚਿੱਤਰ ਬੜੇ ਦਰਦਮਈ ਸ਼ਬਦਾਂ ਵਿੱਚ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਸਦੇ ਬੋਲਾਂ ਨੇ ਸਾਰੀ ਸੰਗਤ ਦੀਆਂ ਅੱਖਾਂ ਵਿੱਚ ਹੰਝੂ ਲੈ ਆਂਦੇ। ਉਸਦੇ ਬੋਲਾਂ ਦਾ ਜੀਤੋ ਦੇ ਵੀਰ ਉੱਤੇ ਇੰਨਾ ਅਸਰ ਹੋਇਆ ਕਿ ਉਸਨੇ ਗਾਉਣ ਵਾਲੇ ਨੂੰ ਝਿੜਕਵੇਂ ਲਹਿਜੇ ਵਿੱਚ ਬੋਲ ਕੇ ਉਸਦਾ ਗਾਣਾ ਬੰਦ ਕਰਵਾ ਦਿੱਤਾ। ਆਨੰਦ ਕਾਰਜ ਦੀ ਰਸਮ ਪੂਰੀ ਹੋ ਗਈ। ਜੀਤੋ ਦੇ ਵੀਰ ਨੇ ਉਸਨੂੰ ਮਹਾਰਾਜ ਦੀ ਹਜ਼ੂਰੀ ਵਿੱਚੋਂ ਉਠਾ ਲਿਆ ਅਤੇ ਲਿਜਾ ਕੇ ਘਰ ਦੇ ਅੰਦਰਲੇ ਕਮਰੇ ਵਿੱਚ ਬਿਠਾ ਦਿੱਤਾ। ਜੀਤੋ ਨੇ ਰੋ ਰੋ ਕੇ ਅੱਖਾਂ ਸੁਜਾ ਲਈਆਂ ਸਨ। ਬਰਾਤੀਆਂ ਤੇ ਮੇਲੀਆਂ ਦੀ ਰੋਟੀ ਖਾਣ ਮਗਰੋਂ ਖਟ ਵਿਛਾ ਦਿੱਤੀ ਗਈ। ਹੁਣ ਜੀਤੋ ਦੀ ਵਿਦਾਇਗੀ ਦੀ ਤਿਆਰੀ ਸ਼ੁਰੂ ਹੋ ਗਈ। ਵਿਆਹੁੰਦੜ ਮੁੰਡੇ ਨੂੰ ਬੁਲਾ ਕੇ ਅੰਗਾਂ ਸਾਕਾਂ ਨੇ ਸਲਾਮੀਆਂ ਪਾਈਆਂ ਤੇ ਜੀਤੋ ਦੀ ਮਾਂ ਨੇ ਪਿਆਰ ਦਾ ਸ਼ਗਨ ਉਸਦੀ ਝੋਲੀ ਪਾਇਆ। ਉਸ ਦੀਆਂ ਸਹੇਲੀਆਂ ਜੋ ਸਨ ਉਹ ਆਪਣੇ ਜੀਜੇ ਨੂੰ ਮਖੌਲ ਕਰ ਰਹੀਆਂ ਸਨ। ਜੀਤੋ ਦੀ 5ਵੀਂ ਦੀ ਜਮਾਤਨ ਇੱਕ ਗੂੜ੍ਹੀ ਸਹੇਲੀ ਗੁਆਂਢੀ ਪਿੰਡ ਤੋਂ ਆਈ ਸੀ। ਉਸ ਨੇ ਜੀਤੋ ਦੇ ਵੀਰ ਨੂੰ ਰੋਂਦਿਆਂ ਕਿਹਾ ਕਿ ਉਹ ਜੀਤੋ ਦੇ ਨਾਲ ਉਸਦੇ ਸਹੁਰੀ ਜਾਵੇ, ਪਰ ਜੀਤੋ ਦੇ ਵੀਰ ਨੇ ਉਸਨੂੰ ਝਿੜਕ ਦਿੱਤਾ ਸੀ ਤੇ ਕਿਹਾ ਸੀ ਕਿ ਉਸਦਾ ਸਭ ਤੋਂ ਛੋਟਾ ਭਰਾ ਜੀਤੋ ਦੇ ਨਾਲ ਜਾਵੇਗਾ। ਹੁਣ ਸਾਰੀ ਜੰਝ ਵਿਦਾ ਹੋਣ ਲਈ ਬੱਸ ਵਿੱਚ ਬੈਠ ਗਈ। ਜੀਤੋ ਦਾ ਪ੍ਰਾਹੁਣਾ ਵੀ ਕਾਰ ਵਿੱਚ ਆ ਬੈਠਾ ਸੀ। ਜੀਤੋ ਰੋਣੋਂ ਨਹੀਂ ਹਟ ਰਹੀ ਸੀ। ਉਸਦੀਆਂ ਸਹੇਲੀਆਂ ਨੇ ਵੀ ਬੁਰੀ ਤਰ੍ਹਾਂ ਰੋ ਰੋ ਕੇ ਬੁਰਾ ਹਾਲ ਕਰ ਲਿਆ ਸੀ। ਰੋਂਦੀ ਹੋਈ ਜੀਤੋ ਕਿਸੇ ਦੀ ਸਲਾਮੀ ਪੱਲੇ ਨਹੀਂ ਪਵਾ ਰਹੀ ਸੀ। ਉਸਦਾ ਵੀਰ ਅਜੇ ਸਲਾਮੀ ਨਹੀਂ ਪਾਉਣ ਆਇਆ ਸੀ। ਉਸਦਾ ਵਿਚਾਰ ਸੀ ਕਿ ਜਦੋਂ ਜੀਤੋ ਕਾਰ ਵਿੱਚ ਬੈਠੇਗੀ ਤਾਂ ਸਭ ਤੋਂ ਪਿੱਛੋਂ ਸਲਾਮੀ ਪਾ ਕੇ ਤੇ ਪਿਆਰ ਦੇ ਕੇ ਉਸਨੂੰ ਤੋਰ ਦੇਵੇਗਾ। ਪਰ ਉਹ ਆਪਣੇ ਪਿਓ, ਤਾਇਆਂ ਤੇ ਚਾਚਿਆਂ ਦੇ ਕਹਿਣ 'ਤੇ ਵੀ ਜੀਤੋ ਨਾਲ ਜਾਣ ਲਈ ਨਹੀਂ ਮੰਨਿਆ ਸੀ। ਜੰਝ ਤੁਰਨ ਵਿੱਚ ਦੇਰ ਹੋ ਰਹੀ ਸੀ। ਰਸਤਾ ਵੀ 30 ਮੀਲ ਲੰਮਾ ਤੇ ਖਰਾਬ ਸੀ। 5:30 ਵੱਜ ਚੁੱਕੇ ਸਨ। ਜੀਤੋ ਦੇ ਵੀਰ ਨੇ ਰੋਂਦੀ ਕੁਰਲਾਉਂਦੀ ਜੀਤੋ ਨੂੰ ਚੁੱਕਿਆ ਤੇ ਲਿਆ ਕੇ ਕਾਰ ਵਿੱਚ ਬਿਠਾ ਦਿੱਤਾ। ਉਹ ਆਪਣੀ ਨਿੱਕੀ ਭੈਣ ਨੂੰ ਸਲਾਮੀ ਪਾਉਣ ਲਈ ਆਪਣਾ ਬਟੂਆ ਫੋਲਣ ਲੱਗਾ। ਉਸ ਦੀਆਂ ਸਹੇਲੀਆਂ ਨੇ ਦੇਖ ਕੇ ਉਸਦਾ ਮਨ ਭਰ ਆਇਆ। ਉਸਨੂੰ ਚੇਤਾ ਆਇਆ ਕਿ ਕਿਸ ਤਰ੍ਹਾਂ ਆਪ ਵਿਆਹ ਤੋਂ ਡਰ ਜਾਂਦਾ ਸੀ, ਪਰ ਸੋਚਦਾ ਸੀ ਕਿ ਉਹ ਕਿਸੇ ਅਣਜਾਣ ਕੁੜੀ ਨੂੰ ਕਿਸ ਤਰ੍ਹਾਂ ਅਪਣਾ ਸਕਦਾ ਸੀ ਜਿਸ ਨੂੰ ਕਿ ਉਹ ਜਾਣਦਾ ਤੱਕ ਨਹੀਂ ਸੀ। ਹਾਲਾਂਕਿ ਉਸਦੀ ਪਤਨੀ ਨੇ ਘਰ ਆ ਕੇ ਭਾਰਤੀ ਮਰਿਆਦਾ ਦੇ ਅਨੁਸਾਰ ਦਾਸੀ ਬਣ ਕੇ ਰਹਿਣਾ ਹੁੰਦਾ ਏ। ਉਸਨੂੰ ਭਾਈ ਤੇ ਗਵੱਈਆਂ ਦੁਆਰਾ ਉਹਦੇ ਸਹੁਰੇ ਘਰ ਵਿਚਲੀ ਸਥਿਤੀ ਦੇ ਸ਼ਬਦ ਵੀ ਯਾਦ ਆ ਗਏ। ਉਸਨੂੰ ਯਾਦ ਆਇਆ ਕਿ ਉਸਨੇ ਉਸਨੂੰ ਕਦੇ ਕਿਸੇ ਗੱਲ ਤੋਂ ਤੰਗ ਨਹੀਂ ਸੀ ਰੱਖਿਆ। ਇਹਨਾਂ ਵਿਚਾਰਾਂ ਨਾਲ ਉਸਦਾ ਮਨ ਉਦਾਸ ਹੋ ਗਿਆ। ਉਸਨੇ ਬਟੂਏ ਵਿੱਚੋਂ ਬਿਨਾਂ ਪੈਸੇ ਗਿਣੇ ਕੱਢੇ ਉਸਦੇ ਜੀਤੋ ਦੇ ਹੱਥ ਉੱਤੇ ਰੱਖ ਦਿੱਤੇ। ਚੁੱਪ ਕੀਤੀ ਜੀਤੋ ਫਿੱਸ ਪਈ। ਉਸਨੇ ਹਥੇਲੀ ਓਹਲੇ ਰੁਪਏ ਕਾਰ ਦੇ ਬਾਹਰ ਸੁੱਟ ਕੇ ਆਪਣੇ ਵੀਰ ਨੂੰ ਜੱਫੀ ਪਾ ਲਈ। ਵੀਰ ਦਾ ਗੱਚ ਭਰ ਆਇਆ। ਉਸਨੇ ਡਰਾਈਵਰ ਨੂੰ ਕਾਰ ਸਟਾਰਟ ਕਰਨ ਦਾ ਇਸ਼ਾਰਾ ਕਰਦਿਆਂ ਆਪਣੇ ਛੋਟੇ ਭਰਾ ਨੂੰ ਜੀਤੋ ਕੋਲੋਂ ਉਠਾ ਲਿਆ ਤੇ ਆਪ ਉਸ ਨਾਲ ਬੈਠ ਗਿਆ। ਇਸ ਸਮੇਂ ਉਹ ਆਪਣੇ ਪਿਓ ਦੇ ਕਹਿਣ 'ਤੇ ਸਬਜ਼ੀ ਨਾਲ
ਫਰੇ ਹੋਏ ਕੱਪੜੇ ਵੀ ਬਦਲਣ ਲਈ ਤਿਆਰ ਨਹੀਂ ਸੀ ਹੋਇਆ। ਉਹਨਾਂ ਕੱਪੜਿਆਂ ਦੇ ਨਾਲ ਹੀ ਉਹ ਜੀਤੋ ਦੇ ਸਹੁਰੇ ਪਿੰਡ ਲਈ ਚਲਾ ਗਿਆ। ਤਾਂ ਬੱਚਿਓ, ਇਹ ਕਹਾਣੀ ਹੈ ਘਰ ਜਾ ਆਪਣੇ। ਤਾਂ ਇਸ ਦੇ ਬੱਚਿਓ ਛੋਟੇ ਪ੍ਰਸ਼ਨ ਉੱਤਰ ਵੀ ਪੇਪਰ 'ਚ ਆਉਣੇ ਹਨ, ਜੋ ਕਿ 1 ਨੰਬਰ, 2 ਨੰਬਰ, 3, 4, 5 ਨੰਬਰ ਤੱਕ ਵੀ ਹੋ ਸਕਦੇ ਹਨ। ਮਤਲਬ ਕਿ 5 ਅੰਕਾਂ ਤੱਕ ਵੀ ਜੋ ਕੁਐਸਚਨ ਹਨ ਉਹ ਤੁਹਾਨੂੰ ਪੇਪਰ ਵਿੱਚ ਸੈਕੰਡ ਟਰਮ ਵਿੱਚ ਆਉਣਗੇ। ਘਰਦਿਆਂ ਨੇ ਆਪਣਾ ਚਾਅ ਪੂਰਾ ਕਰਨ ਲਈ ਕੀ ਕੀਤਾ? ਮਤਲਬ ਜੀਤੋ ਦਾ ਵਿਆਹ ਕਰ ਦਿੱਤਾ। ਜੀਤੋ ਦੇ ਵਿਆਹ ਦੇ ਘਮਸਾਨ ਵਿੱਚ ਮੱਤ ਕਿਉਂ ਮਾਰੀ ਗਈ ਸੀ? ਕਿਉਂਕਿ ਬੱਚੇ ਬਹੁਤ ਸਾਰੇ ਵਿਆਹ ਦੇ ਵਿੱਚ ਪ੍ਰਬੰਧ ਕਰਨੇ ਹੁੰਦੇ ਹਨ, ਜਿਹਨੂੰ ਸਾਰਾ ਕੁਛ ਨਿਭਾਉਣਾ ਕਿਸੇ ਦੇ ਵੱਸ ਦਾ ਰੋਗ ਨਹੀਂ ਹੈ। ਜਿਸ ਤਰ੍ਹਾਂ ਕਿ ਹੁਣ ਜੀਤੋ ਦੇ ਭਰਾ ਨੂੰ ਬਹੁਤ ਸਾਰੇ ਕੰਮ ਕਰਨੇ ਪਏ, ਜਿਸ ਤਰ੍ਹਾਂ ਕਿ ਕਹਾਣੀ ਦੇ ਵਿੱਚ ਆਇਆ ਹੈ। ਆਨੰਦ ਕਾਰਜ ਕਰਾਉਣ ਵਾਲਾ ਭਾਈ ਜੀਤੋ ਨੂੰ ਕੀ ਸਿੱਖਿਆ ਦੇ ਰਿਹਾ ਸੀ? ਉਹ ਸਿੱਖਿਆ ਦੇ ਰਿਹਾ ਸੀ ਕਿ ਉਸਨੂੰ ਹੁਣ ਸਹੁਰੇ ਘਰ ਅਧੀਨਗੀ ਵਾਲਾ ਜੀਵਨ ਗੁਜ਼ਾਰਨਾ ਹੈ। ਪਤੀ ਪਰਮੇਸ਼ਰ ਹੈ, ਉਸਦੀ ਸਲਾਹ ਪੁੱਛੇ ਬਿਨਾਂ ਕੋਈ ਕੰਮ ਨਹੀਂ ਕਰਨਾ। ਉਸਨੂੰ ਨੀਵਨ ਅਤੇ ਖਵਨ ਗੁਣਾਂ ਨੂੰ ਧਾਰਨ ਕਰਨ ਲਈ ਕਹਿ ਰਿਹਾ ਸੀ। ਛੋਟੇ ਪ੍ਰਸ਼ਨ ਬੱਚਿਓ, ਵਸਤੂਨਿਸ਼ਟ ਕਾਰਜ ਆਪਣੀ ਕਹਾਣੀ ਦਾ ਲੇਖਕ ਕੌਣ ਹੈ? ਗੁਲਜ਼ਾਰ ਸਿੰਘ ਸੰਧੂ। ਗੁਲਜ਼ਾਰ ਸਿੰਘ ਸੰਧੂ ਦੀ ਕਿਹੜੀ ਕਹਾਣੀ ਸਾਡੇ ਸਿਲੇਬਸ ਵਿੱਚ ਸੰਗ੍ਰਹਿਤ ਹੈ? ਘਰ ਜਾ ਆਪਣੇ। ਇਸ ਤਰ੍ਹਾਂ ਕਰਕੇ ਬੱਚਿਓ ਛੋਟੇ ਕੁਐਸਚਨ ਖਾਲੀ ਥਾਵਾਂ ਵਾਲੇ, ਗਲਤ, ਠੀਕ ਅਤੇ ਟਿਕ ਮਾਰਕ ਵਾਲੇ ਕੁਐਸਚਨ ਵੀ ਪੇਪਰ 'ਚ ਹੋ ਸਕਦੇ ਹਨ। ਤਾਂ ਇਹਨਾਂ ਦੀ ਤੁਸੀਂ ਅੱਛੀ ਤਰ੍ਹਾਂ ਤਿਆਰੀ ਕਰਨੀ ਹੈ, ਠੀਕ ਹੈ ਨਾ? ਸਮਝ ਆ ਗਿਆ ਨਾ ਬੱਚਿਓ? ਇਹ ਤੁਸੀਂ ਅੱਛੀ ਤਰ੍ਹਾਂ ਤਿਆਰੀ ਕਰਕੇ ਇਹੀ ਪੇਪਰ ਦੇ ਵਿੱਚ ਪੇਪਰ ਦੇਣ ਜਾਣਾ ਹੈ। ਬਾਕੀ ਕਹਾਣੀਆਂ ਵੀ ਇਸੇ ਤਰ੍ਹਾਂ ਹੀ ਤੁਸੀਂ ਇਹੀ ਆਧਾਰਿਤ ਪੈਟਰਨ 'ਤੇ ਤਿਆਰ ਕਰਨੀਆਂ ਹਨ, ਤਾਂ ਕਿ ਕਹਾਣੀ ਦਾ ਸੰਖੇਪ ਸਾਰ ਤੁਹਾਨੂੰ ਅਗਰ ਸਮਝ ਆ ਗਿਆ ਤਾਂ ਤੁਹਾਨੂੰ ਕਹਾਣੀ ਦੇ ਪ੍ਰਸ਼ਨ ਉੱਤਰ ਸਮਝਣ ਵਿੱਚ ਕੋਈ ਦੇਰੀ ਨਹੀਂ ਲੱਗੇਗੀ। ਤਾਂ ਬੱਚਿਓ, ਉਮੀਦ ਹੈ ਕਿ ਇਹ ਤੁਹਾਨੂੰ ਕਹਾਣੀ ਸਮਝ ਆ ਗਈ ਹੋਏਗੀ। ਤਾਂ ਇਸ ਕਹਾਣੀ ਦੀ ਆਵਾਜ਼ ਦੇ ਤਿਆਰ ਕਰਤਾ ਸਨ ਗੁਰਮੇਜ ਕੌਰ, ਪੰਜਾਬੀ ਲੈਕਚਰਰ, ਜੀਵਨਮਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ। ਤਾਂ ਬੱਚਿਓ, ਇਸੇ ਉਮੀਦ ਨਾਲ ਨੈਕਸਟ ਟਾਈਮ ਅਸੀਂ ਕੋਈ ਨਵੀਂ ਵੀਡੀਓ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ। ਤਦ ਤੱਕ ਲਈ ਧੰਨਵਾਦ। ਥੈਂਕ ਯੂ।